हाँ जी दोस्तों, ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਟੱਡੀ ਫਾਈਟਰਸ ਦੇ ਵਿੱਚ। ਤਾਂ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਪੰਜਾਬੀ ਦੀ ਪੈਡਾਗੋਜੀ ਦੀ ਜੋ ਸਪੈਸ਼ਲ ਸੀਰੀਜ਼ ਚੱਲ ਰਹੀ ਹੈ ਫਾਰ ਸੀਟੈਟ। ਤਾਂ ਇਸ ਦੇ ਵਿੱਚ ਹੁਣ ਤੱਕ ਅਸੀਂ ਜੋ ਟੌਪਿਕ ਕਵਰ ਕੀਤਾ ਹੈ ਲਰਨਿੰਗ ਐਂਡ ਐਕੁਜੀਸ਼ਨ ਦਾ, ਜਿਸ ਦੇ ਵਿੱਚ ਅਸੀਂ ਵਿਗੋਟਸਕੀ ਹੋਇਆ, ਇਸ ਤੋਂ ਬਿਨਾਂ ਪਿਆਜ਼ੇ ਹੋਇਆ ਅਤੇ ਨੌਮ ਚੋਮਸਕੀ ਹੋਇਆ, ਇਹਨਾਂ ਨੂੰ ਆਪਾਂ ਸਮਝ ਚੁੱਕੇ ਹਾਂ। ਲਰਨਿੰਗ ਕੀ ਹੈ, ਇਸ ਤੋਂ ਬਿਨਾਂ ਐਕੁਜੀਸ਼ਨ ਕੀ ਹੈ, ਇਹਨਾਂ ਨੂੰ ਆਪਾਂ ਡਿਟੇਲ ਦੇ ਵਿੱਚ ਸਮਝ ਚੁੱਕੇ ਹਾਂ। ਤਾਂ ਹੁਣ ਆਪਾਂ ਨੇ ਸਮਝਣਾ ਜੋ ਇਹ ਹੈ ਕਿ ਪ੍ਰਿੰਸੀਪਲ ਆਫ ਲੈਂਗੁਏਜ ਟੀਚਿੰਗ, ਯਾਨੀ ਕਿ ਭਾਸ਼ਾ ਅਧਿਆਪਨ ਦੇ ਸਿਧਾਂਤ ਕਿਹੜੇ ਕਿਹੜੇ ਨੇ, ਕਿਹੜੀਆਂ ਕਿਹੜੀਆਂ ਚੀਜ਼ਾਂ ਨੇ ਜਿਹੜੀਆਂ, ਕਿਹੜੇ ਕਿਹੜੇ ਨਿਯਮ ਨੇ ਜਿਹੜੇ ਉਹਨਾਂ ਦਾ ਧਿਆਨ ਰੱਖਣਾ ਪੈਂਦਾ ਹੈ ਜਦੋਂ ਆਪਾਂ ਭਾਸ਼ਾ ਦਾ ਅਧਿਆਪਨ ਕਰਦੇ ਹਾਂ। ਲੈਂਗੁਏਜ ਟੀਚਿੰਗ ਦੇ ਲਈ ਕਿਹੜੀਆਂ ਚੀਜ਼ਾਂ ਦੀ ਕਹਿ ਸਕਦੇ ਆਪਾਂ ਮੁੱਖ ਲੋੜ ਹੈ, ਇਹ ਚੀਜ਼ਾਂ ਨੂੰ ਆਪਾਂ ਨੇ ਸਮਝਣਾ ਹੈ। ਤਾਂ ਦੇਖੋ ਜੀ, ਸਭ ਤੋਂ ਪਹਿਲਾਂ ਜੋ ਇੰਪੋਰਟੈਂਟ ਚੀਜ਼ ਹੈ ਉਹ ਹੈ ਜੀ ਪ੍ਰਿੰਸੀਪਲ ਆਫ ਮੋਟੀਵੇਸ਼ਨ, ਯਾਨੀ ਕਿ ਪ੍ਰੇਰਨਾ ਦਾ ਸਿਧਾਂਤ, ਪ੍ਰੋਤਸਾਹਨ ਕਹਿ ਦਿੰਦੇ ਆਪਾਂ। ਤਾਂ ਦੇਖੋ ਜੀ, ਇਸ ਦੇ ਵਿੱਚ ਕੀ ਹੈਗਾ ਕਿ ਜਦੋਂ ਵੀ ਬੱਚੇ ਨੇ ਸਿੱਖਣਾ ਤਾਂ ਉਹ ਮੋਟੀਵੇਟ ਹੋ ਕੇ ਸਿੱਖਦਾ, ਮੋਟੀਵੇਸ਼ਨ ਦੇ ਥਰੂ ਸਿੱਖਦਾ। ਤਾਂ ਟੀਚਰ ਦਾ ਟੀਚਿੰਗ ਕਰਨ ਦੇ ਸਮੇਂ ਸਭ ਤੋਂ ਜੋ ਪਹਿਲਾ ਸਿਧਾਂਤ ਅਪਣਾਉਣਾ ਚਾਹੀਦਾ ਉਸਨੂੰ ਉਹ ਮੋਟੀਵੇਸ਼ਨ ਦਾ ਅਪਣਾਉਣਾ ਚਾਹੀਦਾ ਹੈ। ਮਤਲਬ ਕਿ ਜੋ ਮੋਟੀਵੇਸ਼ਨ ਇਹ ਕਿ ਮੁੱਢਲੀ ਲੋੜ ਹੈ, ਪਹਿਲੀ ਸ਼ਰਤ ਹੈ। ਬਾਕੀ ਸਭ ਚੀਜ਼ਾਂ ਟੀਚਿੰਗ ਮਟੀਰੀਅਲ ਹੋਇਆ, ਸਟ੍ਰੈਟਜੀਜ਼ ਹੋਈਆਂ, ਉਸ ਦੀਆਂ ਅਲੱਗ-ਅਲੱਗ ਮੈਥਡਸ ਹੋਏ, ਉਹ ਚੀਜ਼ਾਂ ਬਾਅਦ ਦੀ ਗੱਲ ਹੈ। ਸਭ ਤੋਂ ਪਹਿਲਾਂ ਬੱਚੇ ਦੇ ਅੰਦਰ ਮੋਟੀਵੇਸ਼ਨ ਭਰੇਗਾ ਟੀਚਰ, ਤਾਂ ਸਭ ਤੋਂ ਪਹਿਲਾਂ ਕਾਹਦਾ ਸਿਧਾਂਤ ਅਪਣਾਇਆ ਜਾਵੇਗਾ? ਮੋਟੀਵੇਸ਼ਨ ਦਾ। ਭਾਸ਼ਾ ਸਿੱਖਣ ਦੇ ਵਿੱਚ ਸਹਾਇਕ ਹੈ। ਤੁਸੀਂ ਦੇਖਿਓ ਜਿਵੇਂ ਕਿਹਾ ਕਰਦੇ ਨੇ, ਕਹਿੰਦੇ ਵੀ ਪਰਤਿਆਈ ਹੋਈ ਘੁਮਿਆਰੀ ਗਧੇ 'ਤੇ ਨਹੀਂ ਚੜ੍ਹਦੀ। ਕਹਿਣ ਦਾ ਭਾਵ ਕੀ ਹੈ ਵੀ ਜਦੋਂ ਉਸ ਦੇ ਅੰਦਰ ਖੁਦ ਮੋਟੀਵੇਸ਼ਨ ਹੋਇਆ ਤਾਂ ਉਹ ਆਪਣੇ ਆਪ ਕੋਈ ਕੰਮ ਕਰੇਗੀ, ਹੈ ਨਾ। ਤਾਂ ਕਹਿਣ ਦਾ ਭਾਵ ਕੀ ਹੈ ਵੀ ਜਦੋਂ ਆਪਣੇ ਅੰਦਰ ਪ੍ਰੇਰਨਾ ਆ ਗਈ ਤਾਂ ਆਪਾਂ ਉਹ ਕੰਮ ਨੂੰ ਕਰ ਸਕਦੇ ਹਾਂ। ਤਾਂ ਭਾਸ਼ਾ ਨੂੰ ਜੇਕਰ ਵਧੀਆ ਤਰੀਕੇ ਨਾਲ ਸਿੱਖਣਾ ਤਾਂ ਉਸ ਦੇ ਵਿੱਚ ਮੋਟੀਵੇਸ਼ਨ ਕੀ ਹੈ? ਸਹਾਇਕ ਹੈ। ਜੋ ਸਕਿਨਰ ਹੈ ਉਹ ਮੋਟੀਵੇਸ਼ਨ ਦੇ ਬਾਰੇ ਕੀ ਆਖਦਾ ਹੈ? ਕਹਿੰਦਾ ਸਿੱਖਣ ਦੇ ਲਈ ਜੋ ਮੋਟੀਵੇਸ਼ਨ ਹੈ ਨਾ, ਇਹ ਨੈਸ਼ਨਲ ਹਾਈਵੇ ਦਾ ਕੰਮ ਕਰਦਾ ਹੈ। ਜਿਵੇਂ ਕਿ ਨੈਸ਼ਨਲ ਹਾਈਵੇ ਦੇ ਉੱਤੇ ਗੱਡੀ ਬਹੁਤ ਤੇਜ਼ ਭੱਜਦੀ ਹੈ, ਪਹਿਲਾਂ ਤਾਂ ਕੱਚਾ ਰਾਹ ਹੈ, ਉਸ ਦੇ ਉੱਤੇ ਘੱਟ ਭੱਜੂਗੀ ਗੱਡੀ, ਹੈ ਨਾ, ਮਤਲਬ ਆਪਾਂ ਘੱਟ ਸਪੀਡ ਕਰਾਂਗੇ ਉਸ ਦੀ। ਉਸ ਤੋਂ ਬਾਅਦ ਹੋ ਸਕਦਾ ਸਿੰਪਲ ਸੜਕ ਉਸ 'ਤੇ ਥੋੜ੍ਹੀ ਜ਼ਿਆਦਾ, ਨੈਸ਼ਨਲ ਹਾਈਵੇ 'ਤੇ ਉਸ ਤੋਂ ਵੀ ਜ਼ਿਆਦਾ। ਇਸੇ ਤਰ੍ਹਾਂ ਮੋਟੀਵੇਸ਼ਨ ਹੈ, ਜਦੋਂ ਬੱਚੇ ਦੇ ਵਿੱਚ ਮੋਟੀਵੇਸ਼ਨ ਹੈ ਤਾਂ ਉਹ ਸਿੱਖ ਵਧੀਆ ਤਰੀਕੇ ਨਾਲ ਸਕੇਗਾ। ਠੀਕ ਹੈ ਜੀ। ਤਾਂ ਇਸ ਲਈ ਕੀ ਹੈ, ਮੋਟੀਵੇਸ਼ਨ ਦਾ ਜੋ ਪ੍ਰਿੰਸੀਪਲ ਹੈ ਇਹ ਕੀ ਹੈ? ਫਸਟ ਪ੍ਰਿੰਸੀਪਲ ਹੈ, ਇੱਕ ਬੇਸਿਕ ਪ੍ਰਿੰਸੀਪਲ ਹੈ। ਠੀਕ ਹੈ ਜੀ, ਮੁੱਢਲੀ ਸ਼ਰਤ ਹੈ, ਮੁੱਢਲੀ ਲੋੜ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਉਸ ਤੋਂ ਬਾਅਦ ਸੈਕਿੰਡ ਪ੍ਰਿੰਸੀਪਲ ਹੈ ਜੀ ਹੈਬਿਟ ਫਾਰਮੇਸ਼ਨ। ਤਾਂ ਦੇਖੋ ਜੀ, ਹੈਬਿਟ ਫਾਰਮੇਸ਼ਨ ਯਾਨੀ ਕਿ ਆਦਤ ਦਾ ਨਿਰਮਾਣ ਕਰਨਾ। ਮਤਲਬ ਕਿ ਜੇਕਰ ਅਧਿਆਪਕ ਚਾਹੁੰਦਾ ਹੈ ਨਾ ਵੀ ਬੱਚੇ ਸਤਿਕਾਰ ਕਰਨ, ਬੱਚੇ ਵਧੀਆ ਢੰਗ ਨਾਲ ਆਪਣਾ ਆਚਰਣ ਹੈ ਜਿਹੜਾ ਉਸ ਨੂੰ ਸੁਧਾਰਨ, ਕਾਮਯਾਬੀ ਵੱਲ ਵਧਣ, ਠੀਕ ਹੈ, ਤਾਂ ਉਹਨਾਂ ਦੇ 'ਚ ਆਦਤ ਪੈਦਾ ਕਰਨੀ ਪਵੇਗੀ। ਬੱਚੇ ਨੇ ਜੇਕਰ ਅਧਿਆਪਕ ਚਾਹੁੰਦਾ ਹੈ ਵੀ ਬੱਚੇ ਭਾਸ਼ਾ ਨੂੰ ਸ਼ੁੱਧ ਤਰੀਕੇ ਨਾਲ ਬੋਲਣ, ਤਾਂ ਬੱਚੇ ਦੇ ਵਿੱਚ ਟੀਚਰ ਕੀ ਕਰੇਗਾ? ਉਸ ਦੀ ਆਦਤ ਦਾ ਨਿਰਮਾਣ ਕਰੇਗਾ। ਉਸ ਨੂੰ ਕਹੇਗਾ ਵੀ ਤੂੰ ਹੁਣ ਕਲਾਸ ਦੇ ਵਿੱਚ ਸ਼ੁੱਧ ਬੋਲ, ਕਲਾਸ ਦੇ ਵਿੱਚ ਸ਼ੁੱਧ ਬੋਲੇਗਾ ਤਾਂ ਤੇਰੀ ਆਦਤ ਬਣੂਗੀ, ਤੂੰ ਘਰੇ ਵੀ ਸ਼ੁੱਧ ਬੋਲੇਗਾ, ਘਰੇ ਸ਼ੁੱਧ ਬੋਲੇਗਾ, ਸਮਾਜ ਦੇ ਵਿੱਚ ਸ਼ੁੱਧ ਬੋਲੇਗਾ, ਆਪਣੇ ਪੂਰੇ ਸਟੇਟ ਦੇ ਵਿੱਚ ਵੱਖ-ਵੱਖ ਥਾਵਾਂ 'ਤੇ ਜਾਵੇਗਾ ਤਾਂ ਉੱਥੇ ਤੂੰ ਸ਼ੁੱਧ ਪੰਜਾਬੀ ਭਾਸ਼ਾ, ਜੋ ਵੀ ਭਾਸ਼ਾ ਹੈ, ਸ਼ੁੱਧ ਤਰੀਕੇ ਨਾਲ ਬੋਲ ਸਕੇ, ਕਿਉਂਕਿ ਉਹਦੀ ਆਦਤ ਬਣ ਗਈ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਕਿ ਆਦਤ ਨਿਰਮਾਣ ਇੱਕ ਬੇਸਿਕ ਪ੍ਰਿੰਸੀਪਲ ਹੋ ਗਿਆ। ਇਸ ਦਾ ਅਰਥ ਕੀ ਹੈ ਵੀ ਕਿਸੇ ਚੀਜ਼ ਨੂੰ ਵਾਰ-ਵਾਰ ਕਰਕੇ ਆਦਤ ਬਣਨਾ। ਠੀਕ ਹੈ ਜੀ। ਚੇਤਨ ਤੋਂ ਅਚੇਤਨ ਅਵਸਥਾ, ਕਹਿਣ ਦਾ ਭਾਵ ਕੀ ਹੈ? ਜਦੋਂ ਦੇਖੋ ਸਟਾਰਟਿੰਗ ਦੇ ਵਿੱਚ ਆਪਾਂ ਕੋਈ ਵੀ ਸਾਧਨ ਚਲਾਉਣਾ ਸਿੱਖਦੇ ਹਾਂ, ਮੋਟਰਸਾਈਕਲ, ਗੱਡੀ, ਤਾਂ ਆਪਾਂ ਨੂੰ ਕੀ ਕਰਨਾ ਪੈਂਦਾ? ਚੇਤਨ ਰੂਪ ਦੇ ਵਿੱਚ ਹੋ ਕੇ ਚੀਜ਼ ਸਿੱਖਣੀ ਪੈਂਦੀ ਵੀ ਅੱਛਾ ਇੱਧਰੋਂ ਕਲੱਚ ਦੱਬਣਾ ਹੈ, ਗੇਅਰ ਪਾਉਣਾ ਹੈ, ਇੱਥੇ ਗੇਅਰ ਕੱਢਣਾ, ਇੱਥੇ ਉਹ ਕਰਨਾ। ਪਰ ਉਸ ਤੋਂ ਬਾਅਦ ਆਪਾਂ ਕੀ ਕਰਦੇ ਹਾਂ? ਨਾਲੇ ਗੱਲਾਂ ਕਰਦੇ ਰਹਿੰਦੇ ਹਾਂ, ਹੋ ਸਕਦਾ ਫੋਨ ਵੀ ਯੂਜ਼ ਕਰਦੇ ਹੋਣ ਬਹੁਤੇ, ਠੀਕ ਹੈ, ਨਾਲੇ ਉਹ ਸਾਧਨ ਚਲਾਈ ਜਾਂਦੇ ਨੇ, ਕਿਉਂਕਿ ਉਹ ਕੀ ਹੋ ਗਿਆ? ਉਸ ਦੇ ਅਚੇਤਨ ਮਨ ਵਿੱਚ ਚਲਾ ਗਿਆ। ਫੋਰ ਐਗਜ਼ਾਮਪਲ, ਬੱਚੇ ਨੇ ਜਦੋਂ ਹੋ ਸਕਦਾ ਪਹਿਲੀ ਵਾਰ ABC ਲਿਖਣੀ ਸਿੱਖੀ ਹੋਵੇ ਤਾਂ ਉਹ ਪੂਰੇ ਧਿਆਨ ਨਾਲ ਸਿੱਖੂਗਾ, ਪੂਰਾ ਚੇਤਨ ਹੋ ਕੇ ਸਿੱਖੂਗਾ, ਪੂਰਾ ਕੌਨਸ਼ੀਅਸ ਹੋ ਕੇ ਸਿੱਖੂਗਾ। ਪਰ ਉਸ ਤੋਂ ਬਾਅਦ ਸਿੰਪਲ ਉਹ ਜਦੋਂ ਕੋਈ ਵੀ ਅੱਖਰ ਲਿਖਿਆ ਕਰੇਗਾ ਤਾਂ ਉਹ ਸਿੰਪਲ ਬਿਨਾਂ ਕਿਸੇ ਕਹਿ ਸਕਦੇ ਹਾਂ ਚੇਤਨ ਹੋਏ ਅਚੇਤਨ ਮਨ ਦੇ ਵਿੱਚ ਜਦੋਂ ਉਹ ਚੀਜ਼ ਚਲੀ ਗਈ ਤਾਂ ਉਸ ਦੀ ਕੀ ਹੋ ਗਈ? ਉਹ ਆਦਤ ਬਣ ਗਈ ਅਤੇ ਉਹ ਚੀਜ਼ ਨੂੰ ਉਹ ਆਟੋਮੈਟਿਕਲੀ ਹੀ ਕਰਦਾ ਜਾਵੇਗਾ। ਇਸੇ ਤਰ੍ਹਾਂ ਭਾਸ਼ਾ ਸਿੱਖਣ ਦਾ ਹੋ ਸਕਦਾ ਪਹਿਲੀ ਵਾਰ ਅੱਖਰ ਜੋੜਨੇ ਸਿੱਖੇ ਉਹ ਵੀ ਸਾ, ਰ, ਸਾਰ, ਉਸ ਤੋਂ ਬਾਅਦ ਇੱਕਦਮ ਇਹਨਾਂ ਨੂੰ ਪੜ੍ਹਨਾ ਸਿੱਖ ਜੇ, ਕਿਉਂਕਿ ਉਹ ਚੀਜ਼ ਚੇਤਨ ਤੋਂ ਅਚੇਤਨ ਅਵਸਥਾ ਦੇ ਵਿੱਚ ਚਲੀ ਗਈ। ਇਸ ਤਰ੍ਹਾਂ ਇਹ ਉਸ ਦੀ ਕੀ ਬਣ ਗਈ? ਆਦਤ ਬਣ ਗਈ। ਤਾਂ ਆਦਤ ਨਿਰਮਾਣ ਕੀ ਹੈ ਜੀ? ਇੱਕ ਕਹਿ ਸਕਦੇ ਹਾਂ ਪ੍ਰਿੰਸੀਪਲ ਹੈ ਭਾਸ਼ਾ ਦਾ ਅਧਿਆਪਨ ਦੇ ਲਈ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਨੰਬਰ 3, ਇਮੀਟੇਸ਼ਨ, ਅਨੁਕਰਨ ਕਹਿ ਸਕਦੇ ਹਾਂ। ਦੇਖੋ ਜੀ, ਜੋ ਬੱਚੇ ਨੇ
ਉਹ ਉਹੀ ਕਰਨਗੇ ਜੋ ਉਹ ਦੇਖਣਗੇ। ਜੋ ਅਸੀਂ ਕਹਾਂਗੇ ਬੱਚੇ ਉਹ ਨਹੀਂ ਕਰਦੇ, ਜੋ ਬੱਚੇ ਦੇਖਣਗੇ ਉਹ ਕਰਨਗੇ। ਇਸ ਲਈ ਅਧਿਆਪਕ ਕੀ ਹੈ, ਬੱਚਿਆਂ ਦੇ ਲਈ ਰੋਲ ਮਾਡਲ ਬਣੇ। ਜੋ ਅਧਿਆਪਕ ਹੈ ਉਹ ਬੱਚਿਆਂ ਦੇ ਲਈ ਰੋਲ ਮਾਡਲ ਬਣੇਗਾ। ਠੀਕ ਹੈ, ਅਧਿਆਪਕ ਦਾ ਬੋਲਣ ਦਾ ਤਰੀਕਾ ਵਧੀਆ ਤਾਂ ਅਧਿਆਪਕ ਦੇ ਤਰੀਕੇ ਨੂੰ ਫੋਲੋ ਕਰਨਗੇ ਬੱਚੇ। ਅਧਿਆਪਕ ਦਾ ਤਰੀਕਾ ਗਲਤ ਹੈ ਤਾਂ ਉਸ ਤਰੀਕੇ ਨੂੰ ਫੋਲੋ ਕਰਨਗੇ ਬੱਚੇ। ਇਸ ਤਰ੍ਹਾਂ ਅਧਿਆਪਕ ਹੈ ਕਿ ਰੋਲ ਮਾਡਲ ਬਣੇ, ਕਿਉਂਕਿ ਬੱਚੇ ਕੀ ਕਰਦੇ ਨੇ, ਅਨੁਕਰਨ ਦੁਆਰਾ ਸਿੱਖਦੇ ਨੇ। ਤਾਂ ਅਧਿਆਪਕ ਕੀ ਕਰੇਗਾ, ਜੋ ਚੀਜ਼ ਬੱਚਿਆਂ ਨੂੰ ਸਿਖਾਉਣ ਦੀ ਕੋਸ਼ਿਸ਼ ਕਰਦਾ ਉਹ, ਜੋ ਚੀਜ਼ ਬੱਚਿਆਂ ਨੂੰ ਸਿਖਾਉਣੀ ਉਸ ਤਰ੍ਹਾਂ ਦਾ ਉਹ ਖੁਦ ਬਣੇਗਾ, ਕਿਉਂਕਿ ਬੱਚੇ ਅਨੁਕਰਨ ਦੁਆਰਾ ਸਿੱਖਦੇ ਨੇ। ਤਾਂ ਅਨੁਕਰਨ ਦਾ ਪ੍ਰਿੰਸੀਪਲ ਇੱਥੇ ਕੰਮ ਕਰਦਾ ਹੈ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਨੰਬਰ 4। ਤਾਂ ਨੰਬਰ 4 ਕੀ ਹੈ, ਪ੍ਰੈਕਟਿਸ ਐਂਡ ਡਰਿੱਲ, ਯਾਨੀ ਕਿ ਅਭਿਆਸ ਕਰਨਾ, ਯਾਨੀ ਕਿ ਰਿਪੀਟ ਕਰਨਾ ਇਸ ਚੀਜ਼ ਨੂੰ ਦੁਬਾਰਾ ਵਾਰ ਰਿਪੀਟ ਕਰਦੇ ਰਹਿਣਾ। ਫੋਰ ਐਗਜ਼ਾਮਪਲ, ਪਹਿਲੀ ਵਾਰ ਬੱਚੇ ਨੂੰ ਕੀ ਹੁੰਦਾ, ਆਪਣਾ ਨਾਮ ਲਿਖਣ ਦੇ ਵਿੱਚ ਬੜੀ ਦਿੱਕਤ ਆਉਂਦੀ ਹੈ। ਮੰਨ ਕੇ ਚਲੋ ਕਿਸ ਦਾ ਨਾਮ ਰਾਮ ਹੈ, ਪਹਿਲੀ ਵਾਰ ਉਸਨੇ ਕੀ ਕੀਤਾ, ਬੜੇ ਔਖੇ ਤਰੀਕੇ ਨਾਲ ਲਿਖਿਆ, ਬਹੁਤ ਜ਼ਿਆਦਾ ਸਲੋ ਲਿਖਿਆ, ਪਰ ਉਸ ਤੋਂ ਬਾਅਦ ਉਹ ਆਪਣਾ ਨਾਮ ਜ਼ਿੰਦਗੀ ਵਿੱਚ ਇੰਨੀ ਵਾਰ ਲਿਖ ਲੈਂਦਾ ਵੀ ਸਿਗਨੇਚਰ ਉਹ ਕੁਝ ਸਕਿੰਟਾਂ ਦੇ ਵਿੱਚ ਕਰਨੇ ਸਿੱਖ ਜਾਂਦਾ ਹੈ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹ ਕੀ ਹੋਇਆ, ਇਸ ਦੀ ਪ੍ਰੈਕਟਿਸ ਹੋਈ, ਉਸ ਚੀਜ਼ ਨੂੰ ਡਰਿੱਲ ਕੀਤਾ, ਮਤਲਬ ਕਿ ਵਾਰ ਰਿਪੀਟ ਕੀਤਾ, ਵਾਰ ਦੁਹਰਾਇਆ। ਠੀਕ ਹੈ ਜੀ, ਜਿਵੇਂ ਟੇਬਲ ਨਹੀਂ ਹੁੰਦੇ, ਬੱਚੇ ਨੂੰ ਪਹਾੜੇ ਸਿਖਾਏ ਜਾਂਦੇ ਨੇ ਵੀ 2 ਦਾ ਪਹਾੜਾ, 3 ਦਾ ਪਹਾੜਾ, 4 ਦਾ ਪਹਾੜਾ, ਉਹ ਵਾਰ ਕਿਹਾ ਜਾਂਦਾ ਵੀ ਬੋਲੋ। ਪਤਾ ਨਹੀਂ ਅਧਿਆਪਕ ਕਿੰਨੇ ਵਾਰ ਦਿਨ ਦੇ ਵਿੱਚ ਹੈ ਨਾ, ਛੋਟੇ ਬੱਚਿਆਂ ਨੂੰ ਵੀ 3-4 ਵਾਰ ਉਹ ਚੀਜ਼ਾਂ ਰਿਪੀਟ ਕਰਵਾਉਂਦਾ। ਅਤੇ ਇੱਕ ਗੱਲ ਹੋਰ ਵੀ ਹੈ, ਹੋ ਸਕਦਾ ਉਹਨੇ ਸੈਕਿੰਡ ਕਲਾਸ ਦੇ ਵਿੱਚ ਕੋਈ ਚੀਜ਼, ਕੋਈ ਟੇਬਲ ਯਾਦ ਕੀਤਾ ਹੋਵੇ, ਕੋਈ ਪਹਾੜਾ ਯਾਦ ਕੀਤਾ ਹੋਵੇ, ਉਹਨੂੰ ਨੈਕਸਟ ਕਲਾਸ ਦੇ ਵਿੱਚ ਵੀ ਰਿਪੀਟ ਕਰਾਇਆ ਜਾਵੇਗਾ, ਨੈਕਸਟ ਕਲਾਸ ਦੇ ਵਿੱਚ ਵੀ, ਤਾਂ ਕਿ ਉਹ ਚੀਜ਼ ਡਰਿੱਲ ਹੋ ਜੇ, ਮਤਲਬ ਕਿ ਮਾਇੰਡ ਦੇ ਵਿੱਚ ਚੰਗੇ ਤਰੀਕੇ ਨਾਲ ਵੜ ਜੇ। ਠੀਕ ਹੈ ਜੀ, ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵਾਰ ਪ੍ਰੈਕਟਿਸ ਕਰਨਾ, ਵਾਰ ਡਰਿਲਿੰਗ ਕਰਨੀ, ਇਹ ਇੱਕ ਕੀ ਹੈ, ਬੇਸਿਕ ਪ੍ਰਿੰਸੀਪਲ ਹੋਇਆ। ਇਸ ਤੋਂ ਬਾਅਦ ਆਪਾਂ ਗੱਲ ਕਰਦੇ ਹਾਂ ਜੀ ਨੰਬਰ 5, ਓਰਲ ਅਪਰੋਚ। ਦੇਖੋ ਜੀ, ਸਭ ਤੋਂ ਪਹਿਲਾਂ ਆਪਾਂ ਗੱਲ ਕਰਦੇ ਹਾਂ, ਬੱਚੇ ਕੀ ਕਰਦੇ ਨੇ, ਜਦੋਂ ਆਪਾਂ ਉਹਨਾਂ ਨੂੰ ਬੋਲ ਕੇ ਕੋਈ ਵੀ ਗਾਈਡਲਾਈਨ ਦੱਸਦੇ ਹਾਂ, ਬੋਲ ਕੇ ਕੋਈ ਵੀ ਇੰਸਟਰਕਸ਼ਨ ਦਿੰਦੇ ਹਾਂ, ਬੋਲ ਕੇ ਕੋਈ ਗੱਲ ਦੱਸਦੇ ਹਾਂ, ਤਾਂ ਉਸ ਨੂੰ ਵਧੀਆ ਤਰੀਕੇ ਨਾਲ ਈਜ਼ੀਲੀ ਕਹਿ ਸਕਦੇ ਹਾਂ, ਜ਼ਿਆਦਾਤਰ ਬੱਚੇ ਨੇ ਜਿਹੜੇ ਉਹ ਵਧੀਆ ਈਜ਼ੀਲੀ ਸਿੱਖ ਪਾਉਂਦੇ ਨੇ। ਠੀਕ ਹੈ, ਤਾਂ ਦੇਖੋ ਇਸ ਦੇ ਵਿੱਚ ਕੀ ਹੈ ਵੀ ਜਿਹੜਾ ਸਿੱਖਣਾ ਉਹ ਤੇਜ਼ ਹੁੰਦਾ, ਮਤਲਬ ਕਿ ਹੁਣ ਅਧਿਆਪਕ ਹੈ, ਉਸਨੇ ਕੋਈ ਜਿਹੜੇ ਉਹ ਹੁੰਦੇ ਨੇ, ਇੱਕ ਮਤਲਬ ਤੁਸੀਂ ਕੋਈ ਪਾਠ ਦੇਖਿਓ, ਉਸ 'ਤੇ ਪਾਠ ਦੇ ਲਾਸਟ ਵਿੱਚ ਭਾਗ ਦਿੱਤਾ ਹੁੰਦਾ ਵੀ ਸੋਚੋ ਅਤੇ ਦੱਸੋ, ਮਤਲਬ ਕਿ ਅਧਿਆਪਕ ਜਲਦੀ ਪੁੱਛ ਰਿਹਾ ਵੀ ਭਗਤ ਸਿੰਘ ਦਾ ਪਿੰਡ ਕਿਹੜਾ ਸੀ, ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਦੋਂ ਹੋਇਆ, ਮਤਲਬ ਇੱਦਾਂ ਕੋਈ ਸਵਾਲ ਪੁੱਛ ਰਿਹਾ, ਬੱਚੇ ਇੱਕਦਮ ਉਸ ਦਾ ਆਨਸਰ ਦੇਣਗੇ, ਕਿਉਂਕਿ ਉਸਨੇ ਕੀ ਕੀਤਾ, ਉਹ ਡਾਇਰੈਕਟ ਬੋਲ ਕੇ ਸਵਾਲ ਪੁੱਛਿਆ। ਹੋ ਸਕਦਾ ਕਿਸੇ ਪੁੱਛਿਆ ਵੀ ਤੁਹਾਡੇ ਪਿਤਾ ਜੀ ਕੀ ਕੰਮ ਕਰਦੇ ਨੇ, ਤੁਹਾਡੇ ਘਰ ਕਿੱਥੇ ਹੈ, ਤੁਸੀਂ ਕਿੱਥੇ ਦੇ ਰਹਿਣ ਵਾਲੇ ਹੋ, ਤਾਂ ਇੱਦਾਂ ਦੇ ਸਵਾਲ ਬੋਲ ਕੇ ਪੁੱਛ ਰਿਹਾ ਅਧਿਆਪਕ। ਤਾਂ ਉੱਥੇ ਉਹ ਕੀ ਕਰ ਰਿਹਾ, ਓਰਲ ਅਪਰੋਚ ਅਪਣਾ ਰਿਹਾ, ਯਾਨੀ ਕਿ ਮੌਖਿਕ ਪਹੁੰਚ ਅਪਣਾ ਰਿਹਾ ਉਹ। ਠੀਕ ਹੈ, ਓਰਲ ਅਪਰੋਚ ਨੂੰ ਉਹ ਕਰ ਰਿਹਾ, ਉੱਥੇ ਪਹਿਲ ਦੇ ਰਿਹਾ ਹੈ, ਜਦ ਕਿ ਉਹ ਇਸ ਦੇ ਮੁਕਾਬਲੇ ਸਭ ਤੋਂ ਬੈਸਟ ਚੀਜ਼ ਤੁਸੀਂ ਦੱਸੋ ਵੀ ਕੀ ਹੋਊਗੀ। ਮੰਨ ਕੇ ਚਲੋ ਅਧਿਆਪਕ ਜਾਣਸਾਰ ਲਿਖਦੇ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਜਨਮ ਕਿੱਥੇ ਹੋਇਆ, ਬੋਰਡ ਦੇ ਉੱਤੇ ਲਿਖਦੇ, ਤਾਂ ਉਹ ਕਿੰਨਾ ਟਾਈਮ ਲੱਗਿਆ ਹੈ ਨਾ, ਬੱਚੇ ਵੀ ਉਸ ਨੂੰ ਪੜ੍ਹਨਗੇ। ਤਾਂ ਉਸ ਦੇ ਮੁਕਾਬਲੇ ਕੀ ਹੈ ਵੀ ਤੇਜ਼ ਸਿੱਖਣ ਕਿਹੜੇ 'ਚ ਹੋਏਗਾ, ਜੇਕਰ ਅਧਿਆਪਕ ਜਾਣਸਾਰ ਪੁੱਛੇ ਲਵੇ, ਬੋਲ ਕੇ ਹੀ ਪੁੱਛ ਲਏ। ਠੀਕ ਹੈ, ਤਾਂ ਇਸ ਤਰੀਕੇ ਨਾਲ ਕੀ ਹੁੰਦਾ, ਇੱਕ ਹੋਰ ਗੱਲ ਤੁਹਾਨੂੰ ਸਿੰਪਲ ਜੀ ਗੱਲ ਦੱਸਦਾ, ਮੈਂ ਇਹ ਤਰੀਕਾ ਅਪਣਾਉਂਦਾ ਹੁੰਦਾ ਸੀ। ਕਈ ਵਾਰ ਕੀ ਹੁੰਦਾ ਸੀ, ਕਲਾਸ ਦੇ ਵਿੱਚ ਬੱਚੇ ਜ਼ਿਆਦਾ ਹੁੰਦੇ, ਠੀਕ ਹੈ, ਬੱਚਿਆਂ ਤੋਂ ਟੈਸਟ ਲੈਣਾ ਹੁੰਦਾ, ਤਾਂ ਮੈਂ ਉੱਥੇ ਕੀ ਤਕਨੀਕ ਅਪਣਾਉਂਦਾ ਸੀ ਵੀ ਅੱਜ ਲਿਖਤੀ ਟੈਸਟ ਲੈਣ ਦਾ ਟਾਈਮ ਹੈ ਨਹੀਂ ਇਹਨਾਂ ਨੂੰ ਪੁੱਛਦੇ ਹਾਂ ਆਪਾਂ, ਮਤਲਬ ਕਿ ਔਰਲ ਟੈਸਟ ਲੈਂਦੇ ਹਾਂ ਇਹਨਾਂ ਦਾ। ਉਹਨਾਂ ਤੋਂ ਕੀ ਕਰਦੇ, ਸਾਰਿਆਂ ਤੋਂ ਸ਼ਾਰਟ ਕੁਐਸਚਨ ਸੀ, ਮੰਨ ਕੇ ਚਲੋ ਸਾਰਿਆਂ ਤੋਂ 2-2 3-3 ਸ਼ਾਰਟ ਕੁਐਸਚਨ ਪੁੱਛ ਲਏ। ਅਦਰਵਾਈਜ਼ ਟਾਈਮ ਕਿੰਨਾ ਲੱਗਣਾ ਸੀ ਵੀ ਕੀ ਹੁੰਦਾ, ਆਪਾਂ ਪਹਿਲਾਂ ਕੁਐਸਚਨ ਲਿਖਦੇ, ਫਿਰ ਉਹ ਸਾਰੇ ਬੱਚੇ ਉਹ ਕੁਐਸਚਨ ਦਾ ਆਨਸਰ ਲਿਖਦੇ। ਠੀਕ ਹੈ, ਫਿਰ ਉਹਨਾਂ ਨੂੰ ਇਕੱਲੇ ਦਾ ਆਪਾਂ ਚੈੱਕ ਕਰਦੇ। ਤਾਂ ਕਿਤੇ ਆਪਾਂ ਨੇ ਇੱਕਦਮ ਔਰਲ ਅਪਰੋਚ ਅਪਣਾ ਲਈ, ਕੀ ਕਰ ਲਿਆ, ਹਰੇਕ ਤੋਂ 2-2 3-3 ਕੁਐਸਚਨ ਪੁੱਛ ਲਏ, ਨਾਲ ਦੀ ਨਾਲ ਉਹ ਆਨਸਰ ਦੇਈ ਗਏ। ਠੀਕ ਹੈ, ਆਪਾਂ ਨੂੰ ਪਤਾ ਲੱਗ ਗਿਆ ਵੀ ਕਿੰਨੇ ਕਿੰਨਾ ਕੌਣ ਕਿੰਨੇ ਪਾਣੀ 'ਚ। ਠੀਕ ਹੈ, ਤਾਂ ਇਸ ਤਰੀਕੇ ਨਾਲ ਇਹਦੇ 'ਚ ਕੀ ਹੁੰਦਾ, ਜਿਹੜਾ ਸਿੱਖਣਾ ਉਹ ਤੇਜ਼ ਹੁੰਦਾ ਹੈ। ਸਿੱਖਣ ਦੀ ਸ਼ੁਰੂਆਤ ਦੇ ਵਿੱਚ ਸਹਾਈ ਹੈ। ਮੰਨ ਕੇ ਚਲੋ ਤੁਸੀਂ ਕਲਾਸ ਦੇ ਵਿੱਚ ਐਂਟਰ ਕਰੇ, ਤੁਸੀਂ ਅੱਜ ਉਹਨਾਂ ਨੂੰ ਕੋਈ ਵਧੀਆ ਚੀਜ਼ ਸਿਖਾਉਣੀ ਹੈ, ਕਲਾਸ ਦੇ ਵਿੱਚ ਐਂਟਰ ਕਰੇ, ਤੁਸੀਂ ਜਾਣਸਾਰ ਉਹਨਾਂ ਨਾਲ ਪਹਿਲਾਂ ਬੋਲ ਕੇ ਕੀ ਕਰੋਗੇ, ਆਪਣੀ ਸ਼ੁਰੂਆਤ ਕਰੋਗੇ। ਠੀਕ ਹੈ ਜੀ, ਇਹ ਨਹੀਂ ਹੈਗਾ ਵੀ ਜਾਣਸਾਰ ਤੁਸੀਂ ਬੋਰਡ ਦੇ ਉੱਤੇ ਲਿਖ ਦੋ ਗੁੱਡ ਮਾਰਨਿੰਗ ਬੱਚਿਓ। ਠੀਕ ਹੈ, ਤਾਂ ਉਹਨਾਂ ਨੂੰ ਵਿਸ਼ ਕਰੋਗੇ, ਗੱਲਾਂ ਬਾਤਾਂ ਕਰੋਗੇ, ਮਾਹੌਲ ਨੂੰ ਵਧੀਆ ਬਣਾਓਗੇ। ਠੀਕ ਹੈ, ਇਸ ਤੋਂ ਬਾਅਦ ਕੀ ਹੋਊਗਾ, ਸ਼ੁਰੂਆਤ ਹੋਊਗੀ ਸਿੱਖਣ ਦੀ। ਇਸੇ ਤਰ੍ਹਾਂ ਸ਼ੁਰੂਆਤ ਦੇ ਵਿੱਚ ਬੱਚੇ ਨੇ ਜਿਹੜੇ ਉਹ ਲਿਖਣਾ ਬਾਅਦ ਦੇ ਵਿੱਚ ਸਿੱਖਦੇ ਨੇ, ਹੈ ਨਾ। ਪਹਿਲਾਂ ਉਹ ਕੀ ਕਰਨਗੇ, ਸੁਣਨਾ ਬੋਲਣਾ, ਇਹ ਉਹਨਾਂ ਦੀਆਂ ਕੌਸ਼ਲਸ ਡਿਵੈਲਪ ਹੁੰਦੀਆਂ ਨੇ। ਠੀਕ ਹੈ, ਤਾਂ ਸੁਣਨ ਵਾਲੀ ਕੌਸ਼ਲ ਡਿਵੈਲਪ ਹੁੰਦੀ ਹੈ ਸਭ ਤੋਂ ਪਹਿਲਾਂ। ਤਾਂ ਇਸ ਕਰਕੇ ਜਿਹੜੀ ਮੌਖਿਕ ਅਪਰੋਚ ਹੈ ਇਹ ਬੈਸਟ ਹੈ। ਠੀਕ ਹੈ ਜੀ, ਬੋਲਣ ਕੌਸ਼ਲ ਦਾ ਵਿਕਾਸ ਹੁੰਦਾ। ਠੀਕ ਹੈ ਜੀ, ਤਾਂ ਇਹ ਕੁਝ ਪੁਆਇੰਟਸ ਸੀ। ਇਸ ਤੋਂ ਬਾਅਦ ਆਪਾਂ ਸਮਝਦੇ ਹਾਂ ਜੀ ਕਿ ਨੈਚੁਰਲ ਆਰਡਰ ਆਫ ਲਰਨਿੰਗ, ਇਹ ਪ੍ਰਿੰਸੀਪਲ ਨੂੰ ਫੋਲੋ ਕਰਨਾ ਚਾਹੀਦਾ ਹੈ।
ਠੀਕ ਹੈ, ਟੀਚਿੰਗ ਦੇ ਸਮੇਂ ਕਿ ਪ੍ਰਕਿਰਤਿਕ ਕ੍ਰਮ ਹੋਵੇ। ਮਤਲਬ ਕਿ ਸਭ ਤੋਂ ਪਹਿਲਾਂ ਕਿਹੜੀ ਕੌਸ਼ਲ ਡਿਵੈਲਪ ਹੁੰਦੀ ਹੈ? ਸੁਣਨ ਵਾਲੀ, ਲਿਸਨਿੰਗ। ਇਸ ਤੋਂ ਬਾਅਦ ਸਪੀਕਿੰਗ ਯਾਨੀ ਕਿ ਬੋਲਣ ਵਾਲੀ ਕੌਸ਼ਲ ਡਿਵੈਲਪ ਹੁੰਦੀ ਹੈ, ਫਿਰ ਪੜ੍ਹਨ ਵਾਲੀ, ਫਿਰ ਲਿਖਣ ਵਾਲੀ। ਤਾਂ ਇਹ 4 ਕੌਸ਼ਲਾਂ ਦਾ ਇਸੇ ਤਰ੍ਹਾਂ ਇੱਕ ਕੀ ਹੈ? ਪ੍ਰਕਿਰਤਿਕ ਕ੍ਰਮ ਹੈ, ਯਾਨੀ ਕਿ ਨੈਚੁਰਲ ਆਰਡਰ ਹੈ ਵੀ ਬੱਚਾ ਸਭ ਤੋਂ ਪਹਿਲਾਂ ਸੁਣਨਾ ਸਿੱਖ ਗਿਆ ਤਾਂ ਉਸ ਦਾ ਜਿਹੜਾ ਮਤਲਬ ਲਰਨਿੰਗ ਦਾ, ਟੀਚਿੰਗ ਦਾ ਮੈਥਡ ਟੀਚਰ ਅਪਣਾ ਰਿਹਾ ਹੈ ਉਹ ਇਸ ਤਰ੍ਹਾਂ ਦੀ ਅਪਣਾਵੇ, ਪਹਿਲਾਂ ਉਸ ਦੀ ਸੁਣਨ ਕੌਸ਼ਲ ਡਿਵੈਲਪ ਹੋਵੇ। ਜਦੋਂ ਸੁਣਨ ਕੌਸ਼ਲ ਡਿਵੈਲਪ ਹੋ ਗਈ ਤਾਂ ਉਸ ਦੀ ਬੋਲਣ ਕੌਸ਼ਲ ਦੇ ਉੱਤੇ ਕੰਮ ਕੀਤਾ ਜਾਵੇ। ਜਦੋਂ ਬੋਲਣ ਕੌਸ਼ਲ ਡਿਵੈਲਪ ਹੋ ਗਈ ਫਿਰ ਉਸ ਦੀ ਪੜ੍ਹਨ ਕੌਸ਼ਲ ਦੇ ਉੱਤੇ ਕੰਮ ਕੀਤਾ ਜਾਵੇ ਅਤੇ ਲਾਸਟ ਵਿੱਚ ਜਾ ਕੇ ਫਿਰ ਲਿਖਣ ਕੌਸ਼ਲ ਜਿਹੜੀ ਉਸ ਦੀ ਆਟੋਮੈਟਿਕਲੀ ਘੈਂਟ ਹੋ ਜਾਏਗੀ। ਠੀਕ ਹੈ ਜੀ। ਤਾਂ ਇਸ ਤਰੀਕੇ ਨਾਲ ਇਹ ਨਹੀਂ ਹੁੰਦਾ ਵੀ ਸ਼ੁਰੂ ਦੇ ਵਿੱਚ ਟੀਚਰ ਕਹੇ ਤੂੰ ਲਿਖ ਲਿਖ ਲਿਖ, ਪਹਿਲਾਂ ਉਸ ਦੀਆਂ ਬਾਕੀ ਕੌਸ਼ਲਸ ਨੂੰ ਡਿਵੈਲਪ ਕਰੇਗਾ। ਠੀਕ ਹੈ ਜੀ। ਤਾਂ ਟੀਚਰ ਇੱਥੇ ਕੀ ਸਿਧਾਂਤ ਅਪਣਾਏਗਾ ਕਿ ਲਰਨਿੰਗ ਦੇ ਲਈ ਜੋ ਉਸ ਦੀਆਂ ਲੈਂਗੁਏਜ ਸਕਿੱਲਸ ਨੇ ਉਹਨਾਂ ਦਾ ਇੱਕ ਕ੍ਰਮ ਹੈ ਜਿਹੜਾ ਉਹ ਸਹੀ ਹੋਣਾ ਚਾਹੀਦਾ ਹੈ। ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਜੀ ਨੰਬਰ 7, ਯੂਜ਼ ਆਫ ਮਦਰ ਟੰਗ, ਯਾਨੀ ਕਿ ਮਾਤ ਭਾਸ਼ਾ ਦੀ ਵਰਤੋਂ। ਤਾਂ ਇਹ ਕੀ ਹੈ? ਕਿਸੇ ਭਾਸ਼ਾ ਨੂੰ ਸਿਖਾਉਣ ਦੇ ਲਈ ਇੱਕ ਘੈਂਟ ਪ੍ਰਿੰਸੀਪਲ ਹੈ। ਠੀਕ ਹੈ ਜੀ। ਕੀ ਹੈ? ਮਤਲਬ ਕਿ ਬੱਚੇ ਦੀ ਮੰਨ ਕੇ ਚਲੋ ਆਪਾਂ ਕੋਈ ਟਾਰਗੇਟ ਲੈਂਗੁਏਜ ਫੋਰ ਐਗਜ਼ਾਮਪਲ ਇੰਗਲਿਸ਼ ਸਿਖਾ ਰਹੇ ਹਾਂ ਤਾਂ ਆਪਾਂ ਉਸ ਨੂੰ ਦੱਸਾਂਗੇ ਬੱਚੇ ਪੰਜਾਬੀ 'ਚ ਆਪਾਂ ਇਹਨੂੰ ਇਹ ਕਹਿੰਦੇ ਹਾਂ। ਮੰਨ ਕੇ ਚਲੋ ਆਪਾਂ ਉਹਨਾਂ ਨੂੰ ਅੱਜ ਸਿਖਾ ਰਹੇ ਵੀ ਅੱਜ ਆਪਾਂ ਨਾਊਨ ਪੜ੍ਹਾਂਗੇ ਤਾਂ ਆਪਾਂ ਉਹਨਾਂ ਨੂੰ ਦੱਸਾਂਗੇ ਪੰਜਾਬੀ 'ਚ ਜਿਹਨੂੰ ਨਾਮ ਕਹਿੰਦੇ ਆ ਉਹ ਨਾਊਨ ਹੈ ਇਹ। ਠੀਕ ਹੈ। ਪੰਜਾਬੀ ਦੇ ਵਿੱਚ ਆਪਾਂ ਕਹਿ ਦਿੰਦੇ ਵੀ ਆਮ ਨਾਮ ਹੁੰਦਾ, ਇਹ ਉਹੀ ਕੋਮਨ ਨਾਊਨ ਹੈ। ਤਾਂ ਇੱਦਾਂ ਮਤਲਬ ਉਸ ਨੂੰ ਉਸ ਦੀ ਜਿਹੜੀ ਮਾਤ ਭਾਸ਼ਾ ਕੋਈ ਵੀ ਹੋ ਸਕਦੀ ਹੈ ਉਸ ਦੇ ਨਾਲ ਅਟੈਚ ਕਰਕੇ ਉਹ ਚੀਜ਼ ਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂਗੇ, ਉਸ ਦੇ ਨਾਲ ਕਨੈਕਟ ਕਰਨ ਦੀ ਕੋਸ਼ਿਸ਼ ਕਰਾਂਗੇ। ਮਦਰ ਟੰਗ ਦਾ ਯੂਜ਼ ਕੀਤਾ ਜਾ ਸਕਦਾ ਹੈ ਟਾਰਗੇਟ ਲੈਂਗੁਏਜ ਨੂੰ ਟੀਚ ਕਰਦੇ ਸਮੇਂ। ਠੀਕ ਹੈ ਜੀ। ਤਾਂ ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ ਤਾਂ ਕੀ ਹੋ ਜਾਊਗਾ? ਬੱਚੇ ਨੂੰ ਦੇਖੋ ਉਸ ਦੀ ਮਦਰ ਟੰਗ ਹਰੇਕ ਨੂੰ ਸੌਖੀ ਲੱਗਦੀ ਹੈ ਤਾਂ ਬੱਚਾ ਕੀ ਕਰੂਗਾ? ਸੌਖੀ ਚੀਜ਼ ਤੋਂ ਔਖੀ ਵੱਲ ਜਾਊਗਾ, ਟਾਰਗੇਟ ਲੈਂਗੁਏਜ ਵੱਲ ਜਾਊਗਾ। ਤਾਂ ਇਸ ਤਰੀਕੇ ਨਾਲ ਆਪਾਂ ਕਹਿ ਸਕਦੇ ਹਾਂ ਵੀ ਸੌਖੇ ਤੋਂ ਔਖੇ ਦਾ ਸਿਧਾਂਤ ਇੱਥੇ ਅਪਣਾਇਆ ਜਾ ਰਿਹਾ ਹੈ। ਮਾਤ ਭਾਸ਼ਾ ਨੂੰ ਸਹੂਲਤ ਵਜੋਂ ਵਰਤਣਾ, ਮਤਲਬ ਕਿ ਜਿੱਥੇ ਬੱਚਾ ਟਾਰਗੇਟ ਲੈਂਗੁਏਜ ਸਿੱਖਦੇ ਹੋਏ ਅਟਕ ਗਿਆ ਤਾਂ ਉਸ ਨੂੰ ਮਾਤ ਭਾਸ਼ਾ ਨੂੰ ਮਤਲਬ ਉਸ ਨੂੰ ਸਪੋਰਟ ਕਰਨ ਦੇ ਲਈ ਉੱਥੇ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ, ਸਹੂਲਤ ਵਜੋਂ ਉਸ ਦੀ ਵਰਤੋਂ ਕੀਤੀ ਜਾ ਸਕਦੀ ਹੈ। ਮੰਨ ਕੇ ਚੱਲੋ ਬੱਚਾ ਕਹੇ ਸਰ ਮੈਨੂੰ ਇਹ ਚੀਜ਼ ਪਤਾ ਤਾਂ ਹੈਗੀ ਜੀ ਪਰ ਮੈਨੂੰ ਟਾਰਗੇਟ ਲੈਂਗੁਏਜ ਦੇ ਵਿੱਚ ਇੰਗਲਿਸ਼ ਦੇ ਵਿੱਚ ਇਹ ਦੱਸਣੀ ਨਹੀਂ ਆ ਰਹੀ ਤਾਂ ਆਪਾਂ ਕੀ ਕਰੂਗਾ ਵੀ ਚੱਲ ਦੱਸਣੀ ਤੂੰ ਬਾਅਦ ਦੇ ਵਿੱਚ ਵੀ ਸਿੱਖ ਲਏਗਾ ਇੰਗਲਿਸ਼ ਦੇ ਵਿੱਚ, ਤਾਂ ਚੱਲ ਤੂੰ ਮੈਨੂੰ ਅੱਜ ਸਿੰਪਲ ਪੰਜਾਬੀ 'ਚ ਦੱਸ ਦੇ ਕੀ ਹੁੰਦਾ। ਤਾਂ ਉੱਥੇ ਇੱਕ ਸਹੂਲਤ ਵਜੋਂ ਮਾਤ ਭਾਸ਼ਾ ਨੂੰ ਵਰਤਿਆ ਜਾ ਸਕਦਾ ਹੈ ਲੈਂਗੁਏਜ ਟੀਚਿੰਗ ਦੇ ਲਈ। ਤਾਂ ਦੋਸਤੋ ਇਹ 7 ਹੋ ਗਏ ਅਤੇ ਜੋ 8ਵਾਂ ਆਪਣੇ ਕੋਲ ਪ੍ਰਿੰਸੀਪਲ ਹੈ ਸਿਲੈਕਸ਼ਨ ਐਂਡ ਗ੍ਰੈਡੀਏਸ਼ਨ, ਮਤਲਬ ਕਿ ਚੁਣਨਾ ਅਤੇ ਅੰਕਿਤ ਕਰਨਾ, ਮਤਲਬ ਕਿ ਉਹਨਾਂ ਨੂੰ ਅੰਕਿਤ ਆਪਾਂ ਨੇ ਉਹਨਾਂ ਦੇ ਉੱਤੇ ਇੱਕ ਲੈਵਲ ਲਗਾਤਾ। ਤਾਂ ਦੇਖੋ ਜੀ ਸਭ ਤੋਂ ਪਹਿਲਾਂ ਕੀ ਹੁੰਦਾ ਕਈ ਵਾਰ ਹੋ ਸਕਦਾ ਵੀ ਤੁਹਾਡੇ ਕੋਲ ਸਮਾਂ ਘੱਟ ਹੈ, ਜੋ ਕਰਿਕੂਲਮ ਹੈ ਉਹ ਜ਼ਿਆਦਾ ਹੈ ਤਾਂ ਤੁਸੀਂ ਕੀ ਕਰੋਗੇ ਉਸ ਦੇ ਵਿੱਚੋਂ ਮੇਨ ਚੀਜ਼ਾਂ ਨੂੰ ਸਿਲੈਕਟ ਕਰ ਲਓਗੇ। ਠੀਕ ਹੈ। ਤਾਂ ਸਿਲੈਕਟ ਕਰ ਲਿਆ ਅਤੇ ਉਹਨਾਂ ਨੂੰ ਗ੍ਰੇਡ ਦੇਤਾ ਵੀ ਪਹਿਲਾਂ ਇਹ ਸਿਲੈਕਟ ਕਰੀਆਂ ਹੋਈਆਂ ਦੇ ਵਿੱਚੋਂ ਹੀ ਆਪਾਂ ਨੇ ਉਹਨਾਂ ਨੂੰ ਕੀ ਕਰਤਾ ਉਹਨਾਂ 'ਤੇ ਇੱਕ ਲੇਵਲ ਲਗਾਤਾ ਪਹਿਲਾਂ ਇਹ ਫਿਰ ਇਹ ਫਿਰ ਇਹ ਫਿਰ ਇਹ। ਤਾਂ ਆਪਾਂ ਨੇ ਸਿਲੈਕਟ ਕੀਤਾ ਅਤੇ ਗ੍ਰੇਡੇਸ਼ਨ ਕੀਤੀ, ਇਹ ਇੱਕ ਇੰਪੋਰਟੈਂਟ ਪ੍ਰਿੰਸੀਪਲ ਹੋ ਗਿਆ। ਤਾਂ ਸਿਲੈਕਸ਼ਨ ਕੀ ਹੈ? ਲਿਮਿਟ ਟਾਈਮ ਹੈ ਅਤੇ ਸਿਲੈਕਸ਼ਨ ਆਫ ਲਿਮਿਟਡ ਟੋਪਿਕਸ, ਮਤਲਬ ਕਿ ਆਪਣੇ ਕੋਲ ਜੋ ਟਾਈਮ ਸੀ ਉਹ ਘੱਟ ਸੀ ਅਤੇ ਆਪਾਂ ਨੇ ਲਿਮਿਟਡ ਟੋਪਿਕਸ ਹੀ ਸਿਲੈਕਟ ਕਰ ਲਏ ਤਾਂ ਕਿ ਇਹ ਸਿੱਖ ਲਏ ਬੱਚਾ ਤਾਂ ਕਾਫੀ ਨੇ, ਉਸ ਨੂੰ ਅੱਗੇ ਕੋਈ ਪ੍ਰੋਬਲਮ ਨਹੀਂ ਆਏਗੀ। ਠੀਕ ਹੈ ਜੀ। ਅਤੇ ਇਸ ਤੋਂ ਬਾਅਦ ਗ੍ਰੇਡੇਸ਼ਨ ਕੀ ਹੈ? ਅਰੇਂਜਮੈਂਟ ਆਫ ਸਿਲੈਕਟਡ ਟੋਪਿਕਸ, ਮਤਲਬ ਕਿ ਪਹਿਲਾਂ ਟੋਪਿਕ ਸਿਲੈਕਟ ਕਰ ਲਏ ਫਿਰ ਉਹਨਾਂ ਨੂੰ ਇੱਕ ਸਹੀ ਅਰੇਂਜਮੈਂਟ ਦੇਤਾ, ਉਹਨਾਂ ਨੂੰ ਇੱਕ ਸਹੀ ਕ੍ਰਮ ਦੇ ਵਿੱਚ ਲਗਾਤਾ ਵੀ ਪਹਿਲਾਂ ਇਹ ਪੜ੍ਹ ਲਈ ਫਿਰ ਇਹ ਪੜ੍ਹ ਲਈ। ਠੀਕ ਹੈ ਜੀ। ਮੰਨ ਕੇ ਚਲੋ ਬੱਚੇ ਨੇ 5 ਪਾਠ ਪੜ੍ਹਨੇ ਸੀ, ਉਹ ਲੇਟ ਆਇਆ, ਲੇਟ ਐਡਮਿਸ਼ਨ ਹੋਈ, ਕਿਸੇ ਵੀ ਤਰੀਕੇ ਨਾਲ ਹੋਇਆ ਤਾਂ ਆਪਾਂ ਨੇ ਉਹਨੂੰ ਕਹਿਤਾ ਤੂੰ 3 ਪਾਠ ਪੜ੍ਹ ਲੈ ਅਤੇ ਉਹ 3 ਨੂੰ ਆਪਾਂ ਨੇ ਅਰੇਂਜ ਕਰਤਾ ਵੀ ਪਹਿਲਾਂ ਇਹ ਪੜ੍ਹ ਲਈ ਫਿਰ ਤੂੰ ਤੀਜਾ ਪੜ੍ਹ ਲਈ ਫਿਰ ਤੂੰ 5ਵਾਂ ਪੜ੍ਹ ਲਈ। ਤਾਂ ਇੱਦਾਂ ਆਪਾਂ ਨੂੰ ਇੱਕ ਕਹਿ ਦਿੱਤਾ ਕ੍ਰਮ ਦੇ ਵਿੱਚ ਅਰੇਂਜਮੈਂਟ ਉਸ ਦਾ ਕਰ ਦਿੱਤਾ। ਠੀਕ ਹੈ ਜੀ। ਤਾਂ ਇਹ ਸਭ ਚੀਜ਼ਾਂ ਕੀ ਹੋਈਆਂ ਪ੍ਰਿੰਸੀਪਲ ਦੇ ਵਿੱਚ ਕਵਰ ਆਪਾਂ ਨੇ ਕਰ ਲਈਆਂ ਨੇ। ਤਾਂ ਹੁਣ ਤੱਕ ਆਪਾਂ ਲੈਂਗੁਏਜ ਟੀਚਿੰਗ ਦੇ ਲਈ ਜੋ ਪ੍ਰਿੰਸੀਪਲ ਨੇ ਇਹ ਸਮਝ ਲਏ ਨੇ। ਠੀਕ ਹੈ ਜੀ। ਇਸ ਤੋਂ ਬਾਅਦ ਆਪਾਂ ਲਾਸਟ ਦੇ ਵਿੱਚ ਡਿਸਕਸ ਕਰਦੇ ਹਾਂ ਕਿ ਭਾਸ਼ਾ ਦਾ ਜੋ ਅਧਿਆਪਨ ਇਸ 'ਤੇ ਕੁਝ ਸੂਤਰ ਨੇ, ਕੁਝ ਵਿਧੀਆਂ ਨੇ, ਸੂਤਰ ਨੇ ਜੋ ਆਪਾਂ ਨੇ ਅੱਜ ਸਮਝਣੇ ਨੇ। ਠੀਕ ਹੈ ਜੀ। ਤਾਂ ਦੇਖੋ ਸਭ ਤੋਂ ਪਹਿਲਾਂ ਜੋ ਆਪਾਂ ਗੱਲ ਕਰਦੇ ਹਾਂ ਕਿ ਗਿਆਤ ਤੋਂ ਅਗਿਆਤ ਵੱਲ, ਮਤਲਬ ਕਿ ਬੱਚਾ ਜਦੋਂ ਕਲਾਸ ਦੇ ਵਿੱਚ ਆਇਆ ਉਹ ਕੀ ਚੀਜ਼ ਜਾਣਦਾ ਹੈ, ਜੋ ਚੀਜ਼ ਉਸ ਨੂੰ ਪਤਾ ਹੈ, ਗਿਆਤ ਹੈ, ਜਾਣਦਾ ਹੈ, ਉਸ ਚੀਜ਼ ਤੋਂ ਸ਼ੁਰੂਆਤ ਕਰੋ ਫਿਰ ਉਸ ਨੂੰ ਉਹ ਚੀਜ਼ ਵੱਲ ਲੈ ਕੇ ਜਾਓ ਜੋ ਚੀਜ਼ ਉਹ ਨਹੀਂ ਜਾਣਦਾ। ਫੋਰ ਐਗਜ਼ਾਮਪਲ ਬੱਚਾ ਜਿਹੜਾ ਉਹ ਕੀ ਜਾਣਦਾ ਹੈ ਕਿ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸਨ। ਠੀਕ ਹੈ ਜੀ। ਤਾਂ ਉਹ ਇਹ ਚੀਜ਼ ਜਾਣਦਾ, ਪਿਛਲੀ ਕਲਾਸ ਦੇ 'ਚ ਉਹ ਸਿੱਖ ਆਇਆ, ਉਰਾਂ ਪਰਾਂ ਤੋਂ ਕਿਤੇ ਤੋਂ ਵੀ ਸਿੱਖ ਆਇਆ,
ਹੁਣ ਤੁਸੀਂ ਕੀ ਕਹੋਗੇ ਬੱਚੇ, ਇਹ ਜੋ ਗੁਰੂ ਸਾਹਿਬਾਨ ਨੇ 10 ਸੀ, ਠੀਕ ਹੈ, ਤੁਸੀਂ ਕਹੋਗੇ ਪਹਿਲੇ ਤਾਂ ਤੁਸੀਂ ਦੇਖੋ, ਤੁਸੀਂ ਜਾਣਦੇ ਹੋ ਕਿ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਸਨ। ਉਸ ਤੋਂ ਬਾਅਦ ਜੋ ਗੁਰਗੱਦੀ ਸੀ ਉਹ ਸ਼੍ਰੀ ਗੁਰੂ ਅੰਗਦ ਦੇਵ ਜੀ ਨੂੰ ਦਿੱਤੀ ਗਈ। ਤਾਂ ਇਸ ਤਰ੍ਹਾਂ ਜੋ ਚੀਜ਼ ਜਾਣਦਾ ਸੀ ਉਹ ਉੱਥੇ ਤੋਂ ਸ਼ੁਰੂ ਕੀਤਾ, ਅਤੇ ਆਪਾਂ ਕਿੱਥੇ ਤੱਕ ਲੈ ਗਏ, ਜਿਹੜੀ ਚੀਜ਼ ਉਹ ਨਹੀਂ ਜਾਣਦਾ, ਯਾਨੀ ਕਿ ਆਪਾਂ ਗਿਆਤ ਤੋਂ ਅਗਿਆਤ ਵੱਲ ਗਏ ਹਾਂ। ਠੀਕ ਹੈ ਜੀ, ਤਾਂ ਇਹ ਕੀ ਹੈ, ਇਸ ਦਾ ਸੂਤਰ ਹੈ, ਇਸ ਚੀਜ਼ ਨੂੰ ਤੁਸੀਂ ਧਿਆਨ ਦੇ ਵਿੱਚ ਰੱਖੋਗੇ। ਇਸ ਤੋਂ ਬਾਅਦ ਗੱਲ ਆ ਜਾਂਦੀ ਹੈ ਸਥੂਲ ਤੋਂ ਸੂਖਮ ਵੱਲ। ਸਥੂਲ ਦਾ ਅਰਥ ਹੁੰਦਾ ਵੱਡੀ, ਸੂਖਮ ਦਾ ਅਰਥ ਹੁੰਦਾ ਬਰੀਕ, ਛੋਟੀ। ਤਾਂ ਦੇਖੋ ਇਸ ਦੇ ਵਿੱਚ ਕੀ ਹੋਊਗਾ, ਸਭ ਤੋਂ ਪਹਿਲਾਂ ਤੁਸੀਂ ਗੱਲ ਕਰੋਗੇ ਵੀ ਬੱਚਾ ਮੰਨ ਕੇ ਚੱਲੋ ਜਾਣਦਾ ਵੱਡੀ ਚੀਜ਼ ਬਾਰੇ, ਸਕੂਲ ਬਾਰੇ ਜਾਣਦਾ। ਤੁਸੀਂ ਕੀ ਕਹੋਗੇ ਬੱਚੇ, ਇਹ ਸਕੂਲ ਹੈ, ਇਸ ਸਕੂਲ ਦੇ ਵਿੱਚ ਇੱਕ ਲੈਵਲ ਬਣੇ ਹੋਏ ਨੇ, ਇਹ ਪ੍ਰਾਇਮਰੀ ਲੈਵਲ ਹੈ, ਇਹ ਮਿਡਲ ਲੈਵਲ ਹੈ, ਇਹ ਸੈਕੰਡਰੀ ਲੈਵਲ ਹੈ, ਇਹ ਲੈਵਲ ਬਣੇ ਹੋਏ ਨੇ। ਤੁਸੀਂ ਲੈਵਲ ਬਾਰੇ ਦੱਸਤਾ। ਉਸ ਤੋਂ ਬਾਅਦ ਤੁਸੀਂ ਲੈਵਲਾਂ ਦੇ ਵਿੱਚ ਵੀ ਦੱਸਿਆ ਬੱਚਿਓ, ਪ੍ਰਾਇਮਰੀ ਲੈਵਲ, ਪ੍ਰਾਇਮਰੀ ਦੇ ਵਿੱਚ 5 ਕਲਾਸਾਂ ਨੇ, ਫਸਟ, ਸੈਕਿੰਡ, ਥਰਡ, ਫੋਰਥ, ਫਿਫਥ, ਠੀਕ ਹੈ, ਅਤੇ ਇਸ ਦੇ ਵਿੱਚ ਇਹ ਲੈਂਗੁਏਜ ਪੜ੍ਹਾਈ ਜਾ ਰਹੀਆਂ ਨੇ। ਤਾਂ ਮਤਲਬ ਕਿ ਤੁਸੀਂ ਵੱਡੀ ਚੀਜ਼ ਤੋਂ ਛੋਟੀ ਵੱਲ ਆਏ, ਵਿਚਲੀ ਚੀਜ਼ ਦੱਸੇ, ਉਸ ਤੋਂ ਵਿਚਲੀ ਦੱਸੀ, ਉਸ ਤੋਂ ਵਿਚਲੀ ਦੱਸੀ। ਕਹਿਣ ਦਾ ਭਾਵ ਕੀ ਸੀ ਕਿ ਆਪਾਂ ਪਹਿਲਾਂ ਉਸ ਨੂੰ ਵੱਡੀ ਚੀਜ਼ ਬਾਰੇ ਦੱਸਤਾ, ਜਿਸ ਬਾਰੇ ਬੱਚਾ ਪਹਿਲਾਂ ਜਾਣਦਾ ਵੀ ਸੀ। ਹੁਣ ਆਪਾਂ ਅਗਿਆਤ ਵੱਲ ਲੈ ਕੇ ਜਾ ਰਹੇ ਹਾਂ, ਮਤਲਬ ਕਿ ਸੂਖਮ ਵੱਲ ਲੈ ਕੇ ਜਾ ਰਹੇ ਹਾਂ। ਪਹਿਲਾਂ ਵੱਡੀ ਚੀਜ਼ ਬਾਰੇ ਉਹ ਜਾਣਦਾ ਸੀ, ਉਸ ਤੋਂ ਬਾਅਦ ਆਪਾਂ ਬਰੀਕੀ ਦੇ ਵਿੱਚ ਲੈ ਕੇ ਗਏ। ਫੋਰ ਐਗਜ਼ਾਮਪਲ, ਬੱਚਾ ਕੀ ਜਾਣਦਾ ਸੀ ਕਿ ਰੋਟੀ ਕੋਈ ਚੀਜ਼ ਹੁੰਦੀ ਹੈ, ਹੈ ਨਾ, ਤਾਂ ਕੋਈ ਚੀਜ਼ ਹੁੰਦੀ ਹੈ, ਤਾਂ ਤੁਸੀਂ ਉਸ ਨੂੰ ਦੱਸੋਗੇ ਬੱਚੇ ਉਹ ਰੋਟੀ ਹੈ ਜਿਹੜੀ ਇਹ ਕਣਕ ਤੋਂ ਬਣਦੀ ਹੈ, ਕਣਕ ਕੀ ਹੈ, ਫਲਾਣੀ ਫਸਲ ਹੈ, ਇਸ ਨੂੰ ਇੱਦਾਂ ਪੀਸਿਆ ਜਾਂਦਾ ਹੈ, ਫਿਰ ਇਹ ਕੀਤਾ ਜਾਂਦਾ ਹੈ, ਫਿਰ ਉਹ ਰੋਟੀ ਬਣਦੀ ਹੈ। ਮਤਲਬ ਕਿ ਤੁਸੀਂ ਉਸ ਨੂੰ ਵੱਡੀ ਚੀਜ਼ ਤੋਂ, ਰੋਟੀ ਬਾਰੇ ਜਾਣਦਾ ਸੀ, ਫਿਰ ਤੁਸੀਂ ਬਰੀਕੀ ਦੇ ਵਿੱਚ ਉਸ ਦੇ ਪ੍ਰੋਸੈਸ 'ਤੇ ਚਲੇ ਗਏ, ਪ੍ਰੋਸੈਸ ਤੋਂ ਵੀ ਬਰੀਕੀ 'ਚ ਤੁਸੀਂ ਉਸ ਦੇ ਬੈਨੀਫਿਟਸ 'ਤੇ ਚਲੇ ਗਏ। ਠੀਕ ਹੈ, ਤਾਂ ਇਸ ਤਰੀਕੇ ਨਾਲ ਆਪਾਂ ਕੀ ਕਰਨਾ, ਸਥੂਲ ਤੋਂ ਸੂਖਮ ਵੱਲ ਜਾਣੇਗਾ। ਠੀਕ ਹੈ ਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਿਆ ਸੀ ਵੀ ਸ਼੍ਰੀ ਗੁਰੂ ਨਾਨਕ ਦੇਵ ਜੀ ਬਾਰੇ ਬੱਚਾ ਜਾਣਦਾ, ਤੁਸੀਂ ਹੁਣ ਬਰੀਕੀ ਦੇ ਵਿੱਚ, ਸੂਖਮ ਦੇ ਵਿੱਚ ਜਾਓਗੇ ਵੀ ਇਹ ਫਲਾਣੇ ਗੁਰੂ ਪਹਿਲੇ ਗੁਰੂ ਸੀ, ਇਹਨਾਂ ਜਨਮ ਉਦੋਂ ਹੋਇਆ, ਇੰਨੀਆਂ ਉਦਾਸੀਆਂ ਕੀਤੀਆਂ, ਇਹ ਯਾਤਰਾਵਾਂ ਕੀਤੀਆਂ, ਇਹ ਸਿੱਖਿਆਵਾਂ ਦਿੱਤੀਆਂ, ਇਹ ਬਾਣੀਆਂ ਰਚੀਆਂ। ਤਾਂ ਤੁਸੀਂ ਹੁਣ ਸੂਖਮ ਦੇ ਵਿੱਚ ਬਰੀਕੀ ਦੇ ਨਾਲ ਉਸ ਦੀ ਸਟੱਡੀ ਕਰਵਾਓਗੇ। ਇਸ ਤੋਂ ਬਾਅਦ ਗੱਲ ਆ ਗਈ ਸੌਖੇ ਤੋਂ ਔਖੇ ਵੱਲ ਦਾ। ਇਹ ਉਹੀ ਗੱਲ ਹੋ ਗਈ, ਬੱਚਾ ਹੋ ਸਕਦਾ ਹੈ ਆਪਦੀ ਮਾਤ ਭਾਸ਼ਾ ਹਰੇਕ ਨੂੰ ਸੌਖੀ ਲੱਗਦੀ, ਤਾਂ ਸੌਖੀ ਚੀਜ਼ ਨੂੰ ਜਾਣਦਾ ਸੀ, ਹੌਲੀ ਹੌਲੀ ਆਪਾਂ ਔਖੇ ਵੱਲ ਲੈ ਕੇ ਜਾਵਾਂਗੇ। ਆਮ ਤੋਂ ਖਾਸ, ਯਾਨੀ ਕਿ ਜਨਰਲ ਟੂ ਸਪੈਸੀਫਿਕ, ਮਤਲਬ ਕਿ ਬੱਚਾ ਜਿਹੜਾ ਉਹ ਜਨਰਲ ਰੂਪ ਦੇ ਵਿੱਚ ਜਾਣਦਾ ਵੀ ਮੋਬਾਇਲ ਹੁੰਦੇ ਨੇ। ਪਰ ਉਸ ਤੋਂ ਬਾਅਦ ਤੁਸੀਂ ਦੱਸੋਗੇ ਬੱਚੇ ਮੋਬਾਇਲਾਂ ਦੇ ਵੀ ਅਲੱਗ-ਅਲੱਗ ਵਰਜ਼ਨ ਨੇ, ਕੋਈ ਐਂਡਰੋਇਡ ਹੈ, ਕੋਈ ਆਈਫੋਨ ਹੈ। ਠੀਕ ਹੈ, ਤਾਂ ਇਸ ਤਰ੍ਹਾਂ ਅਲੱਗ-ਅਲੱਗ ਵਰਜ਼ਨ ਨੇ, ਵਰਜ਼ਨਾਂ ਦੇ ਵਿੱਚ ਅਲੱਗ-ਅਲੱਗ ਕੰਪਨੀਆਂ ਨੇ, ਅਲੱਗ-ਅਲੱਗ ਕੰਪਨੀ ਦੇ ਵਿੱਚ ਅਲੱਗ-ਅਲੱਗ ਸੋਫਟਵੇਅਰ ਨੇ। ਤਾਂ ਇਸ ਤਰ੍ਹਾਂ ਆਪਾਂ ਕੀ ਕਰ ਰਹੇ ਹਾਂ, ਉਸ ਨੂੰ ਆਮ ਚੀਜ਼ ਸੀ ਮੋਬਾਈਲ, ਤਾਂ ਉਸ ਤੋਂ ਬਾਅਦ ਖਾਸ 'ਤੇ ਜਾ ਰਹੇ ਹਾਂ ਵੀ ਇਹ ਕੰਪਨੀ ਹੈ, ਇਹ ਵਰਜ਼ਨ ਹੈ, ਇਹ ਪ੍ਰੋਸੈਸਰ ਹੈ। ਠੀਕ ਹੈ ਜੀ, ਤਾਂ ਇਹ ਥੋੜ੍ਹਾ ਜਿਹਾ ਟੈਕਨੀਕਲ ਪੁਆਇੰਟ ਵਾਲਾ ਹੋ ਗਿਆ, ਬਸ ਆਮ ਤੋਂ ਖਾਸ ਵੱਲ। ਇਸ ਤੋਂ ਬਾਅਦ ਗੱਲ ਆ ਗਈ ਆਗਮਨ ਤੋਂ ਨਿਗਮਨ। ਆਗਮਨ ਦਾ ਅਰਥ ਹੁੰਦਾ ਹੈ ਕਿ ਉਦਾਹਰਨ ਤੋਂ ਨਿਯਮ ਵੱਲ ਜਾ ਰਹੇ ਹਾਂ ਆਪਾਂ। ਪਹਿਲਾਂ ਆਪਾਂ ਨੇ ਉਦਾਹਰਨ ਦਿੱਤੀ, ਬੱਚੇ ਤੁਹਾਨੂੰ ਆਲੇ ਦੁਆਲੇ ਕੀ ਨਜ਼ਰ ਆ ਰਿਹਾ ਹੈ, ਬੱਚੇ ਕਹਿਣਗੇ ਸਰ ਡੈਸਕ ਨਜ਼ਰ ਆ ਰਹੇ ਨੇ, ਅਧਿਆਪਕ ਨਜ਼ਰ ਆ ਰਿਹਾ ਹੈ, ਕੋਈ ਦੋਸਤ ਦਾ ਨਾਮ ਲੈ ਦੇਣਗੇ, ਮੈਨੂੰ ਸ਼ਾਮ ਨਜ਼ਰ ਆ ਰਿਹਾ ਹੈ, ਰਾਮ ਨਜ਼ਰ ਆ ਰਿਹਾ ਹੈ, ਕੋਈ ਕਹਿ ਦੂਗਾ ਸਰ ਮੈਨੂੰ ਤਾਂ ਕੁਰਸੀ ਨਜ਼ਰ ਆ ਰਹੀ ਹੈ, ਕੋਈ ਕਹਿ ਦੂਗਾ ਸਰ ਨਜ਼ਰ ਤਾਂ ਨਹੀਂ ਆ ਰਹੀ ਪਰ ਮਹਿਸੂਸ ਹੋ ਰਹੀ ਹੈ ਅੱਜ ਗਰਮੀ ਬਹੁਤ ਹੈ, ਅੱਜ ਠੰਡ ਬਹੁਤ ਹੈ। ਤਾਂ ਤੁਸੀਂ ਕੀ ਕਹਿ ਦੋਗੇ, ਇਹ ਸਭ ਚੀਜ਼ਾਂ ਦੇ ਨਾਂ ਨੂੰ ਅਸੀਂ ਕੀ ਆਖਦੇ ਹਾਂ, ਨਾਮ ਆਖਦੇ ਹਾਂ। ਤੁਸੀਂ ਨਾਮ ਦਾ ਟੌਪਿਕ ਪੜ੍ਹਾਤਾ, ਤੁਸੀਂ ਉਦਾਹਰਨਾਂ ਤੋਂ ਸ਼ੁਰੂ ਕੀਤਾ ਸੀ ਅਤੇ ਨਿਯਮ ਵੱਲ ਚਲੇ ਗਏ, ਰੂਲ ਵੱਲ ਚਲੇ ਗਏ। ਠੀਕ ਹੈ ਜੀ, ਤਾਂ ਉਦਾਹਰਨਾਂ ਤੋਂ ਸ਼ੁਰੂ ਕਰਕੇ ਨਿਯਮ ਵੱਲ ਜਾਣਾ, ਰੂਲ ਵੱਲ ਜਾਣਾ, ਇਹ ਕੀ ਹੈ, ਆਗਮਨ ਹੈ। ਅਤੇ ਇਸ ਦਾ ਉਲਟ ਕਰ ਦਿਓ, ਤੁਸੀਂ ਕੀ ਕਹੋਗੇ, ਇੱਕ ਡੈਫੀਨੇਸ਼ਨ ਪੜ੍ਹਾ ਦੋਗੇ, ਉਹ ਚੀਜ਼ਾਂ, ਉਹ ਵਸਤੂਆਂ, ਵਿਅਕਤੀਆਂ, ਸਥਾਨਾਂ, ਭਾਵ ਆਦਿ ਦੇ ਨਾਮ ਨੂੰ ਨਾਮ ਕਹਿੰਦੇ ਹਨ। ਪਹਿਲਾਂ ਤੁਸੀਂ ਨੇ ਡੈਫੀਨੇਸ਼ਨ ਪੜ੍ਹਾਤੀ, ਰੂਲ ਪੜ੍ਹਾਤਾ, ਫਿਰ ਤੁਸੀਂ ਨੇ ਕੀ ਕਹਿਤਾ ਵੀ ਇਹ ਜਿਵੇਂ ਕਿ ਤੁਸੀਂ ਆਪਣੇ ਆਲੇ ਦੁਆਲੇ ਨਜ਼ਰ ਮਾਰੋ, ਇਹ ਰੂਲ ਪੜ੍ਹਾਤਾ, ਆਪਣੇ ਆਲੇ ਦੁਆਲੇ ਨਜ਼ਰ ਮਾਰੋ, ਜੋ ਤੁਹਾਨੂੰ ਉਹ ਕੁਰਸੀ ਦਿਸ ਰਹੀ ਹੈ, ਇਹ ਗਰਮੀ ਮਹਿਸੂਸ ਹੋ ਰਹੀ ਹੈ, ਠੰਡ ਮਹਿਸੂਸ ਹੋ ਰਹੀ ਹੈ, ਰਾਮ ਸ਼ਾਮ ਜੋ ਵੀ ਦਿਸ ਰਹੇ ਨੇ, ਠੀਕ ਹੈ, ਉਹ ਸਭ ਕੀ ਨੇ, ਨਾਮ ਨੇ। ਤਾਂ ਤੁਸੀਂ ਕੀ ਕੀਤਾ, ਜੋ ਤਾਂ ਤੁਸੀਂ ਗਏ ਉਦਾਹਰਨ ਤੋਂ ਨਿਯਮ ਵੱਲ, ਇਹ ਆਗਮਨ ਹੈ। ਤਾਂ ਆਗਮਨ ਤੋਂ ਨਿਯਮ ਵੱਲ ਆਉਣਾ, ਨਿਗਮਨ ਵੱਲ ਆਉਣਾ। ਠੀਕ ਹੈ, ਤਾਂ ਨਿਗਮਨ ਕੀ ਹੋ ਗਈ, ਰੂਲ ਤੋਂ ਉਦਾਹਰਨ ਵੱਲ। ਠੀਕ ਹੈ ਜੀ, ਤਾਂ ਇਸ ਤਰੀਕੇ ਨਾਲ ਇਹ ਕੁਝ ਸੂਤਰ ਨੇ ਜੋ ਭਾਸ਼ਾ ਨੂੰ ਪੜ੍ਹਾਉਣ ਦੇ ਸਮੇਂ, ਠੀਕ ਹੈ, ਭਾਸ਼ਾ ਦੇ ਅਧਿਆਪਨ ਸਮੇਂ ਅਪਣਾਏ ਜਾ ਸਕਦੇ ਨੇ। ਇਸ ਤੋਂ ਬਾਅਦ ਗੱਲ ਆ ਗਈ ਅਨੁਭਵ ਤੋਂ ਤਰਕ ਵੱਲ ਦੀ। ਮਤਲਬ ਕਿ ਅਨੁਭਵ, ਜੋ ਚੀਜ਼ਾਂ ਸਿਖਿਆਰਥੀ ਨੇ ਮਹਿਸੂਸ ਕੀਤੀਆਂ ਨੇ, ਉਸ ਦੇ ਅਨੁਭਵ ਦੇ ਵਿੱਚ ਆਈਆਂ ਨੇ, ਉੱਥੇ ਤੋਂ ਸ਼ੁਰੂ ਕਰਕੇ ਆਪਾਂ ਤਰਕ ਵੱਲ ਲੈ ਕੇ ਜਾਵਾਂਗੇ। ਠੀਕ ਹੈ, ਮੰਨ ਕੇ ਚੱਲੋ ਆਪਾਂ ਉਹਨਾਂ ਨੂੰ ਕਹਾਂਗੇ, ਪਹਿਲਾਂ ਆਪਾਂ ਉਹਨਾਂ ਨੂੰ ਕਹਾਂਗੇ ਵੀ ਬੱਚਿਓ ਤੁਹਾਨੂੰ ਗਰਮੀ ਮਹਿਸੂਸ ਹੁੰਦੀ ਹੈ, ਉਹ ਕਹਿਣਗੇ ਕਿਉਂਕਿ ਉਹਨਾਂ ਅਨੁਭਵ ਕੀਤੇ ਵੀ ਹਾਂਜੀ ਗਰਮੀ ਮਹਿਸੂਸ ਹੁੰਦੀ ਹੈ।
ਉਸ ਤੋਂ ਬਾਅਦ ਤੁਸੀਂ ਕਹੋਗੇ ਗਰਮੀ ਮਹਿਸੂਸ ਹੋਣ ਦਾ, ਪਹਿਲਾਂ ਦੇਖੋ ਉਹਨਾਂ ਨੇ ਸਿਰਫ ਅਨੁਭਵ ਕੀਤਾ ਗਰਮੀ ਨੂੰ, ਹੁਣ ਤੁਸੀਂ ਕੀ ਕਹੋਗੇ, ਇਹ ਗਰਮੀ ਦਾ ਅਰਥ ਹੈ ਕਿ ਤਾਪਮਾਨ ਵਿੱਚ ਵਾਧਾ ਹੋ ਜਾਣਾ। ਜਦੋਂ ਤਾਪਮਾਨ ਵਿੱਚ ਵਾਧਾ ਹੁੰਦਾ ਹੈ, ਆਪਣੇ ਸਰੀਰ ਦੇ ਮਸਾਮ ਖੁੱਲ੍ਹਦੇ ਨੇ, ਆਪਾਂ ਨੂੰ ਪਸੀਨਾ ਆਉਂਦਾ ਹੈ, ਗਰਮੀ ਮਹਿਸੂਸ ਹੁੰਦੀ ਹੈ, ਆਪਣੇ ਅੰਦਰ ਦਾ ਤਾਪਮਾਨ ਵੱਧਦਾ ਹੈ, ਵਾਤਾਵਰਨ ਦਾ ਤਾਪਮਾਨ ਵਧਿਆ, ਆਪਣਾ ਤਾਪਮਾਨ ਵਧਿਆ, ਆਪਾਂ ਨੂੰ ਗਰਮੀ ਮਹਿਸੂਸ ਹੋਈ। ਤਰਕ ਵੱਲ ਲੈ ਕੇ ਜਾ ਰਹੇ ਹੋ, ਫਿਰ ਕਹੋਗੇ ਇਹ ਗਰਮੀ ਦਾ ਕਾਰਨ ਕੀ ਹੈ, ਮਤਲਬ ਕਿ ਤਰਕ ਵੱਲ ਲੈ ਕੇ ਜਾਣਾ ਉਸ ਨੂੰ ਜਦੋਂ ਆਪਾਂ ਭਾਸ਼ਾ ਦਾ ਅਧਿਆਪਨ ਕਰਨਾ ਹੈ। ਠੀਕ ਹੈ ਜੀ। ਨਿਸ਼ਚਿਤ ਤੋਂ ਅਨਿਸ਼ਚਿਤ ਵੱਲ, ਮਤਲਬ ਕਿ ਜੋ ਚੀਜ਼ ਨਿਸ਼ਚਿਤ ਹੈ ਉਸ ਤੋਂ ਅਨਿਸ਼ਚਿਤ ਵੱਲ ਲੈ ਕੇ ਜਾਣਾ। ਠੀਕ ਹੈ ਜੀ। ਤਾਂ ਇਹ ਸਭ ਚੀਜ਼ਾਂ ਆਪਣੇ ਕੋਲ ਕੀ ਹੋ ਗਈਆਂ, ਅਧਿਆਪਨ ਦੇ ਸੂਤਰ ਹੋ ਗਏ। ਤੁਸੀਂ ਭਾਸ਼ਾ ਅਧਿਆਪਨ ਦੇ ਸੂਤਰਾਂ ਨੂੰ ਚੰਗੇ ਤਰੀਕੇ ਨਾਲ ਅੱਜ ਉਮੀਦ ਹੈ ਕਿ ਸਮਝ ਲਿਆ ਹੋਵੇਗਾ। ਇਸ ਤੋਂ ਬਿਨਾਂ ਭਾਸ਼ਾ ਅਧਿਆਪਨ ਦੇ ਜੋ ਆਪਾਂ ਨੇ ਸਿਧਾਂਤ ਪੜ੍ਹੇ ਨੇ ਉਹ ਵੀ ਸਮਝ ਲਏ ਨੇ। ਤਾਂ ਇਸ ਤਰੀਕੇ ਨਾਲ ਇਹ ਟੌਪਿਕ ਆਪਣਾ ਕੰਪਲੀਟ ਹੁੰਦਾ ਹੈ। ਇਸ ਦੇ ਨਾਲ ਰਿਲੇਟਡ ਕੁਝ ਕੁਐਸਚਨ ਆਨਸਰ ਵੀ ਆਪਾਂ ਕਵਰ ਕਰਨ ਦੀ ਕੋਸ਼ਿਸ਼ ਕਰਾਂਗੇ। ਤਾਂ ਤੁਹਾਨੂੰ ਇੱਥੇ CTET ਦਾ ਸਾਰਾ ਸਿਲੇਬਸ ਬੈਕ ਟੂ ਬੈਕ ਮਿਲੇਗਾ। ਘਬਰਾਓ ਨਾ, ਹੋ ਸਾਰੇ ਕਲਾਸਿਸ ਥੋੜ੍ਹੀਆਂ ਗੈਪ ਨਾਲ ਆਉਣ, ਪਰ ਆਉਣਗੀਆਂ ਸਾਰੀਆਂ, ਟੈਨਸ਼ਨ ਨਾ ਲਓ। ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੱਧ ਤੋਂ ਵੱਧ ਇਸ ਵੀਡੀਓ ਨੂੰ ਸ਼ੇਅਰ ਕਰ ਦਿਓ। ਥੈਂਕ ਯੂ ਸੋ ਮੱਚ।